प्यारे विद्यार्थियों, ਅੱਜ ਅਸੀਂ 9ਵੀਂ ਜਮਾਤ ਦਾ ਤੀਸਰਾ ਚੈਪਟਰ ਨਿਰਦੇਸ਼ ਅੰਕ ਜਮਾਇਤੀ ਬਾਰੇ ਪੜਾਂਗੇ। ਬੱਚਿਓ, ਤੁਸੀਂ ਸਾਰੇ ਸੰਖਿਆ ਰੇਖਾ ਬਾਰੇ ਬਹੁਤ ਚੰਗੀ ਤਰ੍ਹਾਂ ਪਹਿਲਾਂ ਪਿਛਲੀਆਂ ਕਲਾਸਾਂ ਵਿੱਚ ਪੜ੍ਹ ਚੁੱਕੇ ਹੋ। ਸੰਖਿਆ ਰੇਖਾ ਕੀ ਹੁੰਦੀ ਹੈ ਬੱਚਿਓ? ਸੰਖਿਆ ਰੇਖਾ ਜਿਸ ਦੇ ਸੈਂਟਰ ਵਿੱਚ ਅਸੀਂ 0 ਲਿਖਦੇ ਹਾਂ, ਉਸ ਦੇ ਖੱਬੇ ਪਾਸੇ ਧਨਾਤਮਕ ਮਤਲਬ ਪੋਜ਼ਿਟਿਵ ਰਕਮਾਂ ਹੁੰਦੀਆਂ ਹਨ ਅਤੇ ਖੱਬੇ ਪਾਸੇ ਘਟਾਓ ਵਾਲੀਆਂ ਮਤਲਬ ਨੈਗੇਟਿਵ ਸੰਖਿਆਵਾਂ ਜਿਹੜੀਆਂ ਹੁੰਦੀਆਂ ਹਨ ਉਹ ਅਸੀਂ ਲਿਖਦੇ ਹਾਂ। ਇਸ ਨੂੰ ਅਸੀਂ ਜਿੰਨਾ ਮਰਜ਼ੀ ਖੱਬੇ ਅਤੇ ਸੱਜੇ ਵਾਲੇ ਪਾਸੇ ਵਧਾ ਸਕਦੇ ਹਾਂ। ਇਸ ਵਿੱਚ ਅਸੀਂ ਇੱਕ ਬਿੰਦੂ ਦੀ ਸਥਿਤੀ ਸੰਖਿਆ ਰੇਖਾ 'ਤੇ ਅਸੀਂ ਇੱਕ ਬਿੰਦੂ ਦੀ ਸਥਿਤੀ ਦੇਖਦੇ ਹਾਂ। ਇੱਕ ਬਿੰਦੂ ਦਾ ਮਤਲਬ ਕੀ ਹੈ? ਜਿਵੇਂ ਅਸੀਂ -2 ਦੀ ਸਥਿਤੀ ਦੇਖਣੀ ਹੋਵੇ ਤਾਂ -2 ਹੈ ਆਪਣੇ ਕੋਲੇ ਸੰਖਿਆ ਰੇਖਾ 'ਤੇ -2। ਜਿਵੇਂ 4 ਤਾਂ ਸਿੰਗਲ ਜਿਹੜਾ ਪੁਆਇੰਟ ਹੈ ਉਸ ਦਾ ਜੇ ਸਥਿਤੀ ਦੇਖਣ ਲਈ ਅਸੀਂ ਸੰਖਿਆ ਰੇਖਾ ਦੀ ਵਰਤੋਂ ਕਰਦੇ ਹਾਂ। ਇਸੇ ਤਰ੍ਹਾਂ ਦੀ ਅਸੀਂ ਇੱਕ ਸੰਖਿਆ ਰੇਖਾ ਹੋਰ ਬਣਾਉਂਦੇ ਹਾਂ। ਜਿਵੇਂ ਇਹ ਲੇਟਵੀਂ ਸੰਖਿਆ ਰੇਖਾ ਹੈ, ਇਸੇ ਤਰ੍ਹਾਂ ਅਸੀਂ ਇੱਕ ਖੜਵੀਂ ਸੰਖਿਆ ਰੇਖਾ ਹੋਰ ਬਣਾਉਂਦੇ ਹਾਂ। ਸੰਖਿਆ ਰੇਖਾ ਸੈਂਟਰ ਵਿੱਚ 0, ਇਸ ਦੇ ਉੱਪਰ ਵਾਲੀ ਸਾਈਡ ਇਸ ਨੂੰ ਇਸ ਤਰ੍ਹਾਂ ਕਰਕੇ ਘੁਮਾ ਕੇ ਦੇਖੋ, 1 2 3 4, ਜਿਸ ਨੂੰ ਅਸੀਂ ਉੱਪਰ ਤੱਕ ਜਿੰਨਾ ਮਰਜ਼ੀ ਵਧਾ ਸਕਦੇ ਹਾਂ। ਅਤੇ -1 -2 -3 -4 -5। ਤਾਂ ਜੋ ਬੱਚਿਓ ਹੁਣ ਜੋ ਅਸੀਂ ਨਵੀਂ ਗੱਲ ਸਿੱਖਣੀ ਹੈ ਉਹ ਹੈ ਕਿ ਜੋ ਲੇਟਵੀਂ ਸੰਖਿਆ ਰੇਖਾ ਹੈ ਉਸ ਨੂੰ ਅਸੀਂ ਐਕਸ ਧੁਰਾ ਬੋਲਣਾ ਹੈ। ਕੀ ਬੋਲਣਾ ਹੈ? ਐਕਸ ਧੁਰਾ, ਐਕਸ ਐਕਸਿਸ। ਠੀਕ ਹੈ। ਅਤੇ ਇਸ ਦੇ ਜੋ ਸਾਰੇ ਪੁਆਇੰਟ ਨੇ ਇਹਨਾਂ ਨੂੰ ਅਸੀਂ ਭੁਜ ਬੋਲਣਾ ਹੈ। ਯਾਦ ਰੱਖਣਾ ਹੈ ਸਾਰਿਆਂ ਨੇ, ਕੀ ਬੋਲਣਾ ਹੈ? ਭੁਜ। ਔਰ ਜੋ ਖੜਵੀਂ ਸੰਖਿਆ ਰੇਖਾ ਹੈ ਇਸ ਨੂੰ ਅਸੀਂ ਵਾਈ ਧੁਰਾ ਬੋਲਣਾ ਹੈ। ਕੀ ਬੋਲਣਾ ਹੈ? ਵਾਈ ਧੁਰਾ। ਠੀਕ ਹੈ ਬੇਟੇ, ਵਾਈ ਧੁਰਾ ਬੋਲਣਾ ਹੈ ਜਾਂ ਵਾਈ ਐਕਸਿਸ ਵੀ ਕਹਿ ਸਕਦੇ ਹਾਂ। ਠੀਕ ਹੈ ਜੀ। ਤਾਂ ਇਸ 'ਤੇ ਜੋ ਪੁਆਇੰਟ ਹੋਣਗੇ ਉਹ ਸਾਰੇ ਕੀ ਹੋਣਗੇ? ਉਹਨਾਂ ਨੂੰ ਕੋਟੀ ਕਹਿੰਦੇ ਆ ਪੰਜਾਬੀ 'ਚ। ਇੰਗਲਿਸ਼ 'ਚ ਇਹਨਾਂ ਨੂੰ ਕਹਿੰਦੇ ਨੇ ਐਬਸੀਸਾ, ਔਰ ਇੰਗਲਿਸ਼ 'ਚ ਇਹਨੂੰ ਕਹਿੰਦੇ ਨੇ ਆਰਡੀਨੇਟ। ਠੀਕ ਹੈ ਬੇਟੇ, ਇਹ ਦੋ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ। ਜੋ ਲੇਟਵੀਂ ਲਾਈਨ ਹੈ ਉਸ ਨੂੰ ਐਕਸ ਧੁਰਾ, ਲੇਟਵੀਂ ਸੰਖਿਆ ਰੇਖਾ ਹੈ ਜੋ, ਔਰ ਜੋ ਖੜਵੀਂ ਸੰਖਿਆ ਰੇਖਾ ਹੈ ਉਸ ਨੂੰ ਅਸੀਂ ਕੀ ਕਹਿਣਾ ਹੈ? ਵਾਈ ਧੁਰਾ ਜਾਂ ਵਾਈ ਐਕਸਿਸ। ਠੀਕ ਹੈ। ਜੋ ਇਸ 'ਤੇ ਜੋ ਅਸੀਂ ਗਿਣਤੀ ਦੇ ਅੱਖਰ ਲਿਖੇ ਹਨ ਇਹਨਾਂ ਨੂੰ ਅਸੀਂ ਬੋਲਦੇ ਹਾਂ ਭੁਜ, ਅਤੇ ਜੋ ਵਾਈ ਧੁਰੇ ਦੇ ਉੱਤੇ ਗਿਣਤੀ ਦੇ ਅੱਖਰ ਲਿਖੇ ਹੋਏ ਹਨ ਇਹਨਾਂ ਨੂੰ ਅਸੀਂ ਬੋਲਦੇ ਹਾਂ ਕੋਟੀ। ਜਦੋਂ ਅਸੀਂ ਐਕਸ ਧੁਰੇ ਅਤੇ ਵਾਈ ਧੁਰੇ ਨੂੰ ਓਰੀਜਨ 'ਤੇ ਲਿਆ ਕੇ ਇਸ ਨੂੰ ਦੇਖੋ, ਆਹ ਲਾਈਨ ਨੂੰ ਉਠਾ ਕੇ ਤੁਸੀਂ ਇਹਦੇ ਉੱਪਰ ਰੱਖੋ O 'ਤੇ, 0 'ਤੇ, ਤਾਂ ਸਾਡੇ ਕੋਲੇ ਕਾਰਟੀਜਨ ਤਲ ਬਣਦਾ ਹੈ। ਕੀ ਬਣਦਾ ਹੈ? ਕਾਰਟੀਜਨ ਤਲ। ਦੇਖੋ ਆਹ ਐਕਸ ਧੁਰਾ ਆਪਣਾ ਹੈਗਾ ਐਕਸ ਧੁਰਾ, ਅਤੇ ਆਹ ਜਿਹੜਾ ਹੈਗਾ ਵਾਈ ਧੁਰੇ ਨੂੰ ਮੈਂ ਇੱਥੋਂ ਉਠਾ ਕੇ ਇੱਥੋਂ ਮੈਂ 0 ਦੇ ਉੱਪਰ ਲਿਆ ਕੇ ਪਲੇਸ ਕਰਤਾ। ਇਸ ਦੀ 0 ਨੂੰ ਇਸ ਦੀ 0 'ਤੇ ਲਿਆ ਕੇ ਮਿਲਾ ਲਿਆ, ਤਾਂ ਜੋ ਵਾਈ ਧੁਰਾ ਹੈ ਉਹ ਆ ਬਣ ਗਿਆ। ਐਕਸ ਧੁਰੇ ਅਤੇ ਵਾਈ ਧੁਰੇ ਨੂੰ ਮਿਲਾ ਕੇ ਜੋ ਸਾਡੇ ਕੋਲੇ ਆਕ੍ਰਿਤੀ ਆਉਂਦੀ ਹੈ ਉਸ ਨੂੰ ਅਸੀਂ ਕਾਰਟੀਜਨ ਤਲ ਕਹਿੰਦੇ ਹਾਂ। ਕੀ ਕਹਿੰਦੇ ਹਾਂ? ਕਾਰਟੀਜਨ ਤਲ। ਠੀਕ ਹੈ ਬੱਚਿਓ। ਕਾਰਟੀਜਨ ਤਲ ਹੈ ਜੋ ਉਹ ਉਸ ਨਾਲ ਤਲ ਦੇ 4 ਹਿੱਸੇ ਹੋ ਜਾਂਦੇ ਨੇ। ਤੁਸੀਂ ਦੇਖ ਸਕਦੇ ਹੋ, ਫਸਟ, ਸੈਕਿੰਡ, ਥਰਡ, ਫੋਰਥ। ਤਲ ਦੇ ਸਾਡੇ ਕੋਲੇ ਕਿੰਨੇ ਹਿੱਸੇ ਹੋ ਗਏ? 4 ਹਿੱਸੇ ਹੋ ਗਏ। ਤਾਂ ਇਹਨਾਂ 4 ਹਿੱਸਿਆਂ ਨੂੰ ਅਸੀਂ ਕੀ ਕਹਿੰਦੇ ਹਾਂ? ਚੌਥਾਈਆਂ। ਸਾਰੇ ਹਿੱਸਿਆਂ ਨੂੰ ਕੀ ਕਹਿੰਦੇ ਹਾਂ ਅਸੀਂ? ਚੌਥਾਈਆਂ ਕਹਿੰਦੇ ਹਾਂ। ਠੀਕ ਹੈ ਬੇਟੇ। ਤਾਂ ਚੌਥਾਈਆਂ ਕੀ ਹੁੰਦੀਆਂ ਨੇ? ਇਸ ਨੂੰ ਅਸੀਂ ਦੇਖੋ ਪਹਿਲੀ ਚੌਥਾਈ ਬੋਲਦੇ ਹਾਂ। ਇਹਦਾ ਸੀਕੁਐਂਸ ਹੈ ਜਿਹੜਾ ਉਹ ਤੁਸੀਂ ਬਦਲਣਾ ਨਹੀਂ। ਕਿਸੇ ਆਪਦੀ ਮਨ ਮਰਜ਼ੀ ਨਾਲ ਤੁਸੀਂ ਕਿਸੇ ਨੂੰ ਵੀ ਆਏ ਨਹੀਂ ਕਹਿ ਸਕਦੇ ਵੀ ਅਸੀਂ ਇਹਨੂੰ ਪਹਿਲੀ ਚੌਥਾਈ ਮੰਨ ਲਾਂਗੇ, ਇਸ ਨੂੰ ਦੂਜੀ ਚੌਥਾਈ ਮੰਨ ਲਾਂਗੇ, ਇਸ ਨੂੰ ਤੀਜੀ। ਤਾਂ ਇਸ ਦਾ ਸੀਕੁਐਂਸ ਹੈ ਜਿਹੜਾ ਤੁਸੀਂ ਇਹ ਚੇਂਜ ਨਹੀਂ ਕਰਨਾ। ਇਹ ਹਮੇਸ਼ਾ ਪਹਿਲੀ ਚੌਥਾਈ ਰਹੇਗੀ, ਇਹ ਵਾਲੀ ਹੈ ਜਿਹੜੀ ਦੂਸਰੀ ਚੌਥਾਈ ਰਹੇਗੀ, ਆਹ ਤੀਸਰੀ, ਅਤੇ ਇਹ ਵਾਲੀ ਹੈਗੀ ਆ ਜੋ ਚੌਥੀ ਚੌਥਾਈ ਰਹੇਗੀ।
ठीक है बेटे, इत्थों तक समझ लग गया तुहानू कि आप हुण तक की कीता है कि एक लेटवीं संख्या रेखा है साडे कोल ते एक खड़वीं संख्या रेखा है। लेटवीं संख्या रेखा नूं एक्स एक्सिस कहंदे हन, खड़वीं संख्या रेखा नूं असीं वाई एक्सिस कहंदे हां। ਜਿਹੜੇ ਇਸ ਦੇ ਪੁਆਇੰਟ ਹੁੰਦੇ ਹਨ ਇਹਨਾਂ ਨੂੰ ਭੁਜ ਕਹਿੰਦੇ ਹਨ ਅਤੇ ਇਸ ਦੇ ਜਿਹੜੇ ਵਾਈ ਐਕਸਿਸ ਦੇ ਪੁਆਇੰਟਸ ਹੁੰਦੇ ਨੇ ਉਹਨਾਂ ਨੂੰ ਕੋਟੀ ਕਹਿੰਦੇ ਹਾਂ। ਜਦੋਂ ਮੈਂ ਵਾਈ ਐਕਸਿਸ ਨੂੰ एक्स एक्सिस ਦੇ ਉੱਪਰ 0 ਵਾਲੇ ਪੁਆਇੰਟ ਤੇ 0 ਵਾਲਾ ਪੁਆਇੰਟ ਮੈਚ ਕਰਾਂਗੇ ਤਾਂ ਇਸ ਨੂੰ ਕਾਰਟੀਜਨ ਤਲ ਬੋਲਦੇ ਆ। ਕੀ ਬੋਲਦੇ ਆ? ਕਾਰਟੀਜਨ ਤਲ। ਕਾਰਟੀਜਨ ਤਲ ਹੈ ਜਿਹੜਾ ਉਹ ਤਲ ਦੇ 4 ਹਿੱਸੇ ਕਰਦਾ। ਦੇਖੋ ਤੁਸੀਂ ਦੇਖ ਸਕਦੇ ਹੋ 4 ਹਿੱਸੇ ਹੋ ਗਏ। ਤਾਂ ਇਹਨਾਂ 4 ਹਿੱਸਿਆਂ ਨੂੰ ਚੌਥਾਈਆਂ ਬੋਲਦੇ ਆ। ਠੀਕ ਹੈ ਬੇਟੇ, ਪਹਿਲੀ ਚੌਥਾਈ, ਦੂਜੀ ਚੌਥਾਈ, ਤੀਜੀ ਚੌਥਾਈ ਅਤੇ ਚੌਥੀ ਚੌਥਾਈ। आओ असी जो कार्टीजन तल है उसनू साफ साफ दोबारा बना के देखते हैं। देखो ये साडी खड़वी लाइन है, ठीक है, इसनू असी की कहना है वाई एक्सिस, ये साडी लेटवी लाइन है, ठीक है। इन्हां दे दोनों पासे एरो लगाउण दा मतलब यह है कि इन्हां नू खब्बे सज्जे उपर थल्ले जिन्ना मर्जी असी इन्हां नू वधा सकते हैं, एक्सटेंड कर सकते हैं भी गिनती की जिन्नी सानू लोड़ है असी उहदे मुताबिक इसनू वधा जां घटा सकते हैं। तो हुण देखो बेटे ये जो है इसनों आपां की बोलिया सी लेटवी लाइन नूं एक्स धुरा, ये हैगा जिहड़ा हुण साडा 0 है। 0 तो खब्बे पासे जो प्लस दीयां रकमां सी, इस करके इसनूं जिहड़ा एक्स धुरा है ये 2 हिस्सियां विच वंडिया गया, एक प्लस दा ते एक एक्स धुरा है जिहड़ा वो माइनस दा हो गया। ठीक है, इस तरह बेटे वाई धुरा है, इत्थे तुहानूं पता हैगा भी आपां 0 ते 0 लिया के रखी सी, तो ये नाल की हो गया वाई धुरा है जिहड़ा इहदे भी 2 हिस्से हो गए, एक उपर हो गया एक नीचे हो गया। तो जो उपर वाला हिस्सा है इहदे विच सारियां रकमां जो वाई दियां प्लस वालियां ने, इस करके वाई एक्सिस उपर वाले पासे प्लस हुंदी है तो वाई एक्सिस है जिहड़ी हेठले वाले पासे माइनस हुंदी है। ठीक है, तो ये वाली जो चौथाइयां बनियां ने, पहली चौथाई, दूजी चौथाई, आह तीजी चौथाई ते यह चौथी चौथाई। जिहड़ी अभ्यास अपने कोले 3.2 है, अभ्यास 3.2 विच एक्सरसाइज 3.2 विच बच्चों असी जे हुण पहला क्वेश्चन है वो छोटे छोटे प्रश्न ही ने जिन्हां दे तुसीं उत्तर देने ने। जिवें हुण कार्टीजन समतल विच किसी बिंदु की स्थिति नूं निर्धारित करन वाली खड़वीं अते लेटवीं रेखा का की नाम हुंदा है। तो ये तुहानूं पहलां दस्सिआ है खड़वीं रेखा का नाम जो हुंदा है वाई धुरा अते लेटवीं रेखा का नाम की हुंदा है एक्स धुरा। इस तो बाद इन्हां दो रेखावां नाल कार्टीजन तल ते बने हुए भागां नूं की कहंदे हन। तो इन्हां भागां नूं बेटे आपां की कहने, 4 भागां नूं चौथाइयां बोलदे हैं। की कहने इन्हां नूं? चौथाइयां। फिर अगे तीसरा खाली थां वाला क्वेश्चन है, उस बिंदु का नाम दसो जिथे एक्स धुरा ते वाई धुरा कटते हैं। मतलब ये दोनों रेखावां जिहड़ियां हैगियां ने, ये क्वेश्चन याद करन वाला है। तो इस क्वेश्चन नूं आपां बच्चों मूल बिंदु कहंदे हां। मूल बिंदु, इसनूं इंग्लिश विच ओरिजिन भी कह दिंदे आ, ये याद रखना है तुसीं। ओरिजिन, ORIGIN, ओरिजिन। ठीक है, तो ये जो बच्चों चौथाइयां ने गया, इन्हां दा सीक्वेंस है जिहड़ा तुसीं ये चेंज नहीं करना हुंदा गा। आ पहली चौथाई है, दूसरी है, ये तीसरी है, ये चौथी है। तो हुण इहदे विच तुसीं पॉइंट्स किवें भरने हैं? पॉइंट्स जिवें सैकेंड क्वेश्चन है, इहदा जो डायग्राम है अपने कोले तुहानूं बना के दिता होया हैगा। देखो ये जिवें असीं पॉइंट्स नोट आउट करांगे, पहले 1 2 तुहानूं पता है भी खब्बे पासे माइनस हुंदी है ते सज्जे पासे जो प्लस दीयां रकमां हुंदियां हन, 4 5। सैकेंड क्वेश्चन है बच्चों ये। ठीक है, एक्सरसाइज हैगी है 3.2। ठीक है, तो ये डायग्राम तुहानूं बुक दे विच भी दिता होया है, -1 -2 -3 -4 -5। इस तरह करके तुसी जो मर्जी जिन्नी काउंटिंग तुहानूं जरूरत है तुसी लिख सकते हो। 1 2 3 वाई धुरा उपर वाल नूं है जो ये प्लस दा हुंदा है ते हेठां वाल है जो ये माइनस हुंदा है। तुसी एक गल ध्यान च रखनी है, जो ये तुसी निशान लगा रहे हो ये तुसी बराबर डिस्टेंस ते लैके स्केल नाल लगा के फिर तुसी जां ग्राफ पेपर ते भी बना सकते हो। ग्राफ पेपर का एक सानूं फायदा ये हुंदा कि उहदे विच जो बॉक्सिस बने हुए हुंदे ने वो बराबर बराबर दूरी ते हुंदे हन, तो जिहड़ा साडा ग्राफ है बिल्कुल एक्यूरेट सही बनदा है। पर जे तुसी ग्राफ पेपर की वरतों ना करके वैसे कापी ते भी बनाना चाहते हो तो तुसी इन्हां जिहड़ियां निशानियां ने, जिवें तुहानूं लगदा होगा मैम ने तो हत्थ नाल लगातियां, तो शायद असीं भी हत्थ नाल ही लगा लीए। तो बेटे तुसी स्केल दी यूज़ करके इस तरह करके स्केल नूं यूज़ करना है
ਤੇ ਸਕੇਲ ਦੀ ਵਰਤੋਂ ਨਾਲ ਦੇਖੋ ਤੁਸੀਂ ਇਹ ਨਿਸ਼ਾਨੀਆਂ ਜਿਹੜੀਆਂ ਹੈ ਬਰਾਬਰ ਬਰਾਬਰ ਲਗਾਉਣੀਆਂ ਨੇ। ਇਹਦੇ ਨਾਲ ਤੁਹਾਡਾ ਜਿਹੜਾ ਗ੍ਰਾਫ ਹੈ ਉਹ ਬਿਲਕੁਲ ਸਹੀ ਐਕੂਰੇਟ ਬਣੇਗਾ। ਪੁਆਇੰਟ ਦੀ ਪੋਜੀਸ਼ਨ ਹੈ ਜੋ ਤੁਸੀਂ ਇਹ ਜਿਹੜੀ ਕੱਢਣੀ ਹੈ ਉਹ ਬਿਲਕੁਲ ਸਹੀ ਬਣੇਗੀ। ਠੀਕ ਹੈ ਬੱਚਿਓ, ਇਸ ਤਰ੍ਹਾਂ ਕਰਕੇ ਤੁਸੀਂ ਸਕੇਲ ਰੱਖ ਕੇ ਬਰਾਬਰ ਬਰਾਬਰ ਡਿਸਟੈਂਸ ਤੇ ਨਿਸ਼ਾਨੀਆਂ ਲਾ ਲੈਣਾ। ਤਾਂ ਦੇਖੋ ਹੁਣ ਜਿਵੇਂ ਹੁਣ ਪਹਿਲਾ ਕੁਐਸਚਨ ਹੈ B ਦੇ ਨਿਰਦੇਸ਼ਾਂਕ। ਜੇ ਤੁਸੀਂ ਡਾਇਗਰਾਮ ਦੇ ਵਿੱਚ ਦੇਖੋ ਤਾਂ B ਹੈ ਜਿਹੜਾ ਇੱਥੇ ਇੱਕ ਬਾਕਸ ਬਣਾਇਆ ਹੋਇਆ ਹੈਗਾ, ਇਧਰੋਂ ਨੀਚੋਂ -5 ਹੈ ਤੇ ਇਧਰੋਂ ਤੁਸੀਂ ਇਹ 2 ਦੀ ਸੇਧ ਤੇ ਲਿਆ ਹੋਇਆ। ਇਸ ਤਰ੍ਹਾਂ ਕਰਕੇ ਪੁਆਇੰਟ ਬਣਾਇਆ ਹੋਇਆ B। ਠੀਕ ਹੈ ਬੱਚਿਓ, ਤਾਂ ਕਿਸੇ ਵੀ ਪੁਆਇੰਟ ਦਾ ਜਦੋਂ ਤੁਸੀਂ ਨਿਰਦੇਸ਼ਾਂਕ ਲਿਖਣਾ ਹੈ ਤਾਂ ਪਹਿਲਾਂ ਤੁਸੀਂ ਕੀ ਲਿਖਣਾ ਹੈਗਾ, x ਵਾਲਾ ਪੁਆਇੰਟ। x ਵਾਲਾ ਪੁਆਇੰਟ ਦੇਖੋ x ਧੁਰੇ ਤੇ ਹੋਊਗਾ। x ਧੁਰੇ ਤੇ ਕਿੰਨਾ ਪੁਆਇੰਟ ਦਾ ਇਹ -5। x ਧੁਰੇ ਦਾ ਪੁਆਇੰਟ ਕਿੰਨਾ ਹੈ, -5। ਇਸ ਤੋਂ ਬਾਅਦ ਦੂਸਰਾ ਜੋ ਅੱਖਰ ਹੈ ਉਹ ਤੁਸੀਂ y ਧੁਰੇ ਵਾਲਾ ਲਿਖਣਾ ਹੈ। y ਧੁਰੇ ਤੇ ਕਿੰਨਾ ਹੈਗਾ, 2। ਇਹ ਗੱਲ ਯਾਦ ਰੱਖਣੀ ਹੈ। ਜੋ ਫਸਟ ਪੁਆਇੰਟ ਹੈ ਉਹ ਹਮੇਸ਼ਾ ਤੁਸੀਂ x ਧੁਰੇ ਵਾਲਾ ਲਿਖਣਾ ਹੈ ਤੇ ਦੂਸਰਾ ਜੋ ਪੁਆਇੰਟ ਹੈ ਉਹ ਤੁਸੀਂ ਹਮੇਸ਼ਾ y ਧੁਰੇ ਦਾ। ਜੋ ਵੀ ਤੁਹਾਨੂੰ ਪੁਆਇੰਟ ਆਵੇ, ਜੇ ਹੁਣ ਤੁਹਾਨੂੰ ਮੈਂ ਕਹਾਂ ਵੀ -3 4 ਇਹਦੀ ਪੋਜੀਸ਼ਨ ਦੱਸੋ ਕਿੱਥੇ ਹੈ, -3 4 ਦੀ, ਤਾਂ ਇਹਦੇ ਵਿੱਚ ਜੋ ਪਹਿਲਾ ਅੱਖਰ ਹੈ -3 ਇਹ ਤੁਸੀਂ x ਧੁਰੇ ਤੇ ਲੈਣਾ ਹੈ ਔਰ ਦੂਸਰਾ ਜਿਹੜਾ 4 ਹੈ ਅੱਖਰ 4 ਹੈ ਇਹਨੂੰ ਤੁਸੀਂ y ਧੁਰੇ ਤੇ ਲੈਣਾ। ਹੋਰ ਕੋਈ ਵੀ ਪੁਆਇੰਟ ਹੈ, ਕੋਈ ਵੀ -1 -5 ਹੈ ਤਾਂ ਇਹਦੇ ਵਿੱਚੋਂ ਦੇਖੋ -1 x ਧੁਰੇ ਦਾ ਪੁਆਇੰਟ ਹੈ ਔਰ -5 ਹੈ ਜਿਹੜਾ ਉਹ y ਧੁਰੇ ਦਾ ਪੁਆਇੰਟ ਹੈ। ਠੀਕ ਹੈ ਬੱਚਿਓ, ਤਾਂ ਜਿਵੇਂ ਪਹਿਲਾ ਕੁਐਸਚਨ ਹੋ ਗਿਆ ਵੀ B ਹੈ ਜੋ ਪੁਆਇੰਟ ਬਣਾਇਆ ਹੋਇਆ ਉਸ ਦੇ ਨਿਰਦੇਸ਼ਾਂਕ ਕੀ ਹਨ। ਤਾਂ B ਦੇ ਵਿੱਚ ਪਹਿਲਾਂ ਤੁਸੀਂ x ਦਾ ਪੁਆਇੰਟ ਦੇਖਣਾ ਹੈ, x ਕਿੰਨਾ -5, ਫਿਰ y ਧੁਰੇ ਦੇ ਤੇ ਕਿੰਨਾ ਪੁਆਇੰਟ ਹੈ 2। ਤਾਂ ਇਹ x ਦਾ B ਦਾ ਜਿਹੜੇ ਨਿਰਦੇਸ਼ਾਂਕ ਹੋਏ ਇਹਨਾਂ ਨੂੰ ਬੋਲਦੇ ਨਿਰਦੇਸ਼ਾਂਕ। ਨਿਰਦੇਸ਼ਾਂਕ ਕੀ ਹੋਏ, -5 ਤੇ 2। ਇਸ ਤੋਂ ਬਾਅਦ ਅਗਲਾ ਕੁਐਸਚਨ ਹੈ C ਦੇ ਨਿਰਦੇਸ਼ਾਂਕ ਦਾ। ਤੁਸੀਂ ਜੋ ਡਾਇਗਰਾਮ ਦੇ ਵਿੱਚ C ਜਦੋਂ ਦੇਖੋਗੇ ਤਾਂ ਉਹ ਇੱਥੇ ਬਣਿਆ ਹੋਇਆ, ਦੇਖੋ ਚੌਥੀ ਚੌਥਾਈ ਦੇ ਵਿੱਚ ਬਣਿਆ ਹੋਇਆ ਹੈਗਾ। ਤਾਂ ਚੌਥੀ ਚੌਥਾਈ ਦੇ ਵਿੱਚ ਇੱਧਰੋਂ 5, ਇੱਥੋਂ ਸਕੇਲ ਨਾਲ ਤੁਸੀਂ ਡਾਇਗਰਾਮ ਜਦੋਂ ਬਣਾਓਗੇ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਏਗਾ। ਤਾਂ ਇੱਧਰੋਂ ਵੀ ਤੁਸੀਂ -5 ਜਦੋਂ ਤੁਸੀਂ ਸੇਧ ਲਓਗੇ ਇੱਥੋਂ ਤਾਂ ਇੱਥੇ C ਪੁਆਇੰਟ ਬਣਾਇਆ ਹੋਇਆ ਹੈ। ਤਾਂ ਹੁਣ ਦੇਖੋ C ਦੇ ਨਿਰਦੇਸ਼ਾਂਕ ਕਿੰਨੇ ਹੋਏ। C ਦੇ ਨਿਰਦੇਸ਼ਾਂਕ ਬੱਚੋ ਦੇਖੋ ਪਹਿਲਾਂ x ਧੁਰੇ ਵਾਲਾ ਪੁਆਇੰਟ ਦੇਖਣਾ ਹੈ। x ਧੁਰੇ ਵਾਲਾ ਪੁਆਇੰਟ ਕਿੰਨਾ ਹੈਗਾ ਆਪਣੇ ਕੋਲੇ 5 ਪਲੱਸ ਦਾ, ਤੇ y ਧੁਰੇ ਵਾਲਾ ਪੁਆਇੰਟ ਕਿੰਨਾ ਹੈਗਾ -5। ਪਹਿਲਾਂ x ਧੁਰੇ ਵਾਲਾ ਪੁਆਇੰਟ ਦੇਖਣਾ ਹੈ ਫਿਰ y ਧੁਰੇ ਵਾਲਾ। ਇਸ ਤੋਂ ਬਾਅਦ ਤੀਸਰਾ ਕੁਐਸਚਨ ਹੈ ਦੇਖੋ -3 और -5 ਦੁਆਰਾ ਪਛਾਣਿਆ ਗਿਆ ਬਿੰਦੂ। -3 -5 ਦੁਆਰਾ ਪਛਾਣਿਆ ਗਿਆ ਬਿੰਦੂ। ਵੀ ਇਹ ਪੁਆਇੰਟ ਜਿਹੜਾ ਆਹ ਤੁਹਾਡੇ ਕੋਲੇ ਨਿਰਦੇਸ਼ਾਂਕ ਨੇ ਇਹ ਦੋਨਾਂ ਨੂੰ ਮਿਲਾ ਕੇ ਇੱਕ ਪੁਆਇੰਟ ਜਿਹੜਾ ਬਣਦਾ ਹੈ ਉਹ ਕਿਹੜਾ ਹੈ। -3 ਕਿਹਦਾ ਪੁਆਇੰਟ ਹੈ, x ਦਾ। ਤਾਂ x ਧੁਰੇ ਤੇ -3 ਲੱਭੋ, ਆ ਪਿਆ। ਫਿਰ ਇਸ ਤੋਂ ਬਾਅਦ -5 ਪੁਆਇੰਟ ਕਾਹਦਾ ਹੈ, y ਧੁਰੇ ਦਾ। y ਧੁਰੇ ਤੇ -5 ਲੱਭੋ, ਆ ਰਿਹਾ। ਤਾਂ ਦੋਨਾਂ ਨੂੰ ਜਦੋਂ ਅਸੀਂ ਕੰਬਾਈਨ ਕਰਾਂਗੇ, ਠੀਕ ਹੈ ਬੱਚੋ, ਤਾਂ ਆਹ ਪੁਆਇੰਟ ਹੈ ਜਿਹੜਾ ਇਹ ਸਾਡੇ ਕੋਲੇ -3 -5 ਆ ਗਿਆ। ਜੋ ਤੁਸੀਂ ਬੁੱਕ 'ਚ ਦੇਖੋਗੇ ਇਹਦਾ ਜੋ ਨਾਮ ਹੈ ਉਹ E ਲਿਖਿਆ ਹੋਇਆ ਹੈ। ਠੀਕ ਹੈ ਬੇਟੇ, ਤਾਂ ਜੋ E ਹੈ ਉਹ ਸਾਡਾ ਕੀ ਪੁਆਇੰਟ ਹੋ ਗਿਆ, -3 -5। ਇਹਦੇ ਨਾਲ ਦੇ ਹੀ ਕਈ ਕੁਐਸਚਨ ਹੋਰ ਨੇ, ਇਹ ਤੁਸੀਂ ਆਪਦੇ ਆਪ ਕਰ ਲੈਣੇ ਆ। ਤਾਂ ਇਹਦੇ ਨਾਲ ਇਸ ਐਕਸਰਸਾਈਜ਼ ਦੇ ਵਿੱਚ ਤੁਸੀਂ ਕੀ ਸਿੱਖਿਆ ਹੈਗਾ ਵੀ ਕਿਸੇ ਵੀ ਪੁਆਇੰਟ ਨੂੰ ਅਸੀਂ ਕਿਵੇਂ ਲੱਭਣਾ, ਗ੍ਰਾਫ ਪੇਪਰ ਦੇ ਉੱਤੇ ਜਾਂ ਕਾਰਟੀਜਨ ਤਲ ਤੇ ਅਸੀਂ ਕਿਸੇ ਵੀ ਪੁਆਇੰਟ ਨੂੰ ਕਿਵੇਂ ਅਲੇਖਿਤ ਕਰਨਾ ਹੈ, ਜਾਂ ਫਿਰ ਜੇ ਅਲੇਖ ਕੀਤੇ ਹੋਏ ਪੁਆਇੰਟ ਦਿੱਤੇ ਹੋਏ ਨੇ ਤਾਂ ਉਹਨਾਂ ਦੀ ਪੋਜੀਸ਼ਨ ਹੈ ਜਿਹੜੀ ਲੱਭਣੀ। ਬੇਟੇ ਨਿਰਦੇਸ਼ਾਂਕ ਹੈ ਜਿਹੜੇ ਅਸੀਂ ਇਹ ਚੈਪਟਰ ਜਿਹੜਾ ਅਸੀਂ ਸ਼ੁਰੂ ਕੀਤਾ ਹੈ ਇਹਨਾਂ ਦੀ ਅਸੀਂ ਆਮ ਜ਼ਿੰਦਗੀ ਦੇ ਵਿੱਚ ਕਾਫੀ ਵਰਤੋਂ ਕਰ, ਜਿਵੇਂ ਅਸੀਂ ਫਿਲਮ ਦੇਖਣ ਜਾਂਦੇ ਹਾਂ ਤਾਂ ਉਹਦੇ 'ਚ ਦੇਖੋ ਸੀਟਾਂ ਬਣੀਆਂ ਵੀ ਹੁੰਦੀਆਂ ਕਰਕੇ, ਰੋਜ਼ ਬਣੀਆਂ ਵੀ ਹੁੰਦੀਆਂ ਨੇ, ਜਿਵੇਂ A ਸਭ ਤੋਂ ਨੇੜੇ ਹੁੰਦੀ ਹੈ, ਫਿਰ B, ਫਿਰ C, ਫਿਰ D, ਇਸ ਤਰ੍ਹਾਂ ਕਰਕੇ। ਜੇ ਹੁਣ ਆਪਾਂ ਨੂੰ ਆਪਣੀ ਟਿਕਟ ਦਾ ਨੰਬਰ ਹੈ, ਫਰਜ਼ ਕਰੋ ਸਾਡੇ ਕੋਲੇ F3 ਹੈ, ਮੇਰੀ ਸੀਟ ਦਾ ਨੰਬਰ F3 ਹੈ, ਤਾਂ F3 ਦਾ ਮਤਲਬ ਕੀ ਹੋ ਗਿਆ, ਪਹਿਲਾਂ ਅਸੀਂ F ਵਾਲੀ ਲਾਈਨ ਲੱਭਾਂਗੇ, ਆਹ E ਵਾਲੀ ਲਾਈਨ ਹੋ ਗਈ, ਆਹ F ਵਾਲੀ ਲਾਈਨ ਹੋ ਗਈ। ਤਾਂ F ਵਾਲੀ ਲਾਈਨ ਦੇ ਵਿੱਚ ਆਹ ਪਹਿਲੀ ਸੀਟ ਹੋ ਗਈ, ਆਹ ਦੂਜੀ ਸੀਟ ਹੋ ਗਈ, ਆਹ ਤੀਜੀ ਸੀਟ ਹੋ ਗਈ। ਤਾਂ ਇਹ ਹੈ ਜੋ ਇਹ ਮੇਰੀ ਸੀਟ ਹੈ। ਤਾਂ ਇਹਦੇ ਵਿੱਚ ਆਪਾਂ ਜੋ ਸੀਟ ਲੱਭਣ, ਟ੍ਰੇਨਾਂ ਦੇ ਵਿੱਚ ਸੀਟਾਂ ਲੱਭਣ ਲਈ ਵੀ ਅਸੀਂ ਕਾਰਟੀਜਨ ਪ੍ਰਣਾਲੀ ਦੀ ਵਰਤੋਂ ਕਰਦੇ ਹਾਂ, ਨਿਰਦੇਸ਼ਾਂਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਐਕਸਰਸਾਈਜ਼ 3.2 ਵਿੱਚ ਇੰਨੇ ਹੀ ਸੀ, 2 ਹੀ ਸਵਾਲ ਸੀਗੇ ਬੱਚੋ। ਇਹ 'ਚ ਤੁਸੀਂ ਸਿੱਖਿਆ ਕੀ ਹੈ ਇਹਦੇ ਵਿੱਚ
ਕਿ ਕਾਰਟੀਜਨ ਤਲ, ਇਹਨੂੰ ਸਾਰਿਆਂ ਨੂੰ ਕਾਰਟੀਜਨ ਤਲ ਬੋਲਦੇ ਆ। ਕਾਰਟੀਜਨ ਤਲ ਦਾ ਮਤਲਬ ਜਿੱਥੇ ਐਕਸ ਧੁਰਾ ਅਤੇ ਵਾਈ ਧੁਰਾ ਜਿਹੜਾ ਹੈਗਾ ਉਹ ਆਪਸ ਵਿੱਚ ਕੱਟਦੇ ਨੇ। ਤਾਂ 4 ਚੌਥਾਈਆਂ ਬਣਦੀਆਂ ਨੇ। ਚਾਰੇ ਚੌਥਾਈਆਂ ਦਾ ਜਿਹੜਾ ਉਹ ਅਸੀਂ ਪੁਆਇੰਟ ਹੈ ਜਿਹੜੇ ਉਹ ਉਹਨਾਂ ਦੇ ਜਿਵੇਂ ਹੁਣ ਐਕਸ ਧੁਰਾ ਵਾਈ ਧੁਰੇ ਦੇ ਮੁਤਾਬਿਕ ਹੈ ਜਿਹੜੇ ਉਹ ਭਰਨੇ ਹੁੰਦੇ। ਪਹਿਲਾ ਪੁਆਇੰਟ ਹਮੇਸ਼ਾ ਐਕਸ ਧੁਰੇ ਦਾ ਹੁੰਦਾ ਹੈ ਅਤੇ ਦੂਸਰਾ ਪੁਆਇੰਟ ਹੈ ਜੋ ਹਮੇਸ਼ਾ ਵਾਈ ਧੁਰੇ ਦਾ ਲੈਣਾ ਹੁੰਦਾ ਹੈ। ਇਸ ਤੋਂ ਬਾਅਦ ਅਸੀਂ ਕਰਾਂਗੇ ਐਕਸਰਸਾਈਜ਼ 3.3 ਜਿਹਦੇ ਨਾਲ ਤੁਹਾਨੂੰ ਜਿਹੜਾ ਕਨਸੈਪਟ ਹੈ ਇਹ ਹੋਰ ਵੀ ਚੰਗੀ ਤਰ੍ਹਾਂ ਸਮਝ ਲੱਗ ਜਾਏਗਾ। ਹਾਂ ਬੱਚਿਓ, ਅਸੀਂ ਹੁਣ ਸਿੱਖਿਆ, ਹੁਣ ਤੱਕ ਐਕਸਰਸਾਈਜ਼ 3.3 ਕਰਾਂਗੇ। ਹੁਣ ਤੱਕ ਜੋ ਅਸੀਂ ਸਿੱਖਿਆ ਹੈ ਉਹ ਇੱਕ ਵਾਰੀ ਦੁਬਾਰਾ ਦੇਖ ਲੈਂਦੇ ਹਾਂ। ਇਹ ਕਿਹੜਾ ਧੁਰਾ ਹੈ? ਬੋਲੋ ਸਾਰੇ ਬੋਲੋ। ਵਾਈ ਧੁਰਾ। ਵਾਈ ਉੱਪਰਲੇ ਪਾਸੇ ਪਲੱਸ ਔਰ ਥੱਲੜੇ ਪਾਸੇ ਮਾਈਨਸ। ਔਰ ਜੇ ਲੇਟਵੀਂ ਲਾਈਨ ਹੈ ਇਸ ਨੂੰ ਕੀ ਬੋਲਦੇ ਹਾਂ ਅਸੀਂ? ਐਕਸ ਧੁਰਾ। ਇਹ ਸੱਜੇ ਪਾਸੇ ਪਲੱਸ ਔਰ ਖੱਬੇ ਪਾਸੇ ਐਕਸ ਹੈ ਜੋ ਮਾਈਨਸ ਦਾ ਹੁੰਦਾ ਹੈ। ਤਾਂ ਇਸੇ ਕਾਰਟੀਜਨ ਤਲ ਨਾਲ ਐਕਸ ਧੁਰੇ ਅਤੇ ਵਾਈ ਧੁਰੇ ਦੇ ਕੱਟਣ ਨਾਲ 4 ਚੌਥਾਈਆਂ ਬਣਦੀਆਂ ਹਨ। ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਪਹਿਲੀ ਚੌਥਾਈ, ਦੂਸਰੀ ਚੌਥਾਈ, ਤੀਸਰੀ ਤੇ ਚੌਥੀ। ਠੀਕ ਹੈ। ਇਸ ਦੇ ਮੂਲ ਬਿੰਦੂ ਨੂੰ ਕੀ ਕਹਿੰਦੇ ਆ? 0 ਕਹਿੰਦੇ ਆ। ਤਾਂ ਹੁਣ ਅੱਗੇ ਜੋ ਅਸੀਂ ਐਕਸਰਸਾਈਜ਼ ਕਰਨੀ ਹੈ 3.3, ਉਹਦੇ ਵਿੱਚ ਅਸੀਂ ਕੀ ਕਰਨਾ ਹੈ ਕਿ ਇੱਕ ਤਾਂ ਸਾਰੀਆਂ ਚੌਥਾਈਆਂ ਨੇ ਜੋ ਉਹਨਾਂ ਦੇ ਅਸੀਂ ਨਿਸ਼ਾਨੀਆਂ ਦੇਖਣੀਆਂ ਨੇ ਵੀ ਪਹਿਲੀ ਚੌਥਾਈ ਦੇ ਵਿੱਚ ਨਿਸ਼ਾਨੀਆਂ ਕੀ ਹੁੰਦੀਆਂ ਨੇ, ਦੂਜੀ ਚੌਥਾਈ ਦੇ ਵਿੱਚ ਨਿਸ਼ਾਨੀਆਂ ਕੀ ਹੁੰਦੀਆਂ ਹਨ। ਠੀਕ ਹੈ। ਤਾਂ ਦੇਖੋ ਕਿਵੇਂ ਯਾਦ ਕਿਵੇਂ ਕਰਨਾ। ਦੇਖੋ ਬੇਟੇ, ਆ ਪਹਿਲੀ ਚੌਥਾਈ ਹੈ ਜਿਹੜੀ ਉਹ ਆਹ ਵਾਲੀ ਹੈ ਨਾ? ਆ ਪਹਿਲੀ ਚੌਥਾਈ ਹੈ। ਤਾਂ ਪਹਿਲਾ ਪੁਆਇੰਟ ਆਪਾਂ ਕਾਹਦਾ ਲਿਖ ਦਿੰਦੇ ਹਾਂ? ਐਕਸ ਦਾ। ਯਾਦ ਰੱਖਣੀ ਹੈ ਗੱਲ। ਪਹਿਲਾ ਪੁਆਇੰਟ ਐਕਸ ਦਾ, ਦੂਸਰਾ ਪੁਆਇੰਟ ਹੈ ਜੋ ਵਾਈ ਦਾ। ਤਾਂ ਇਹਦੇ ਵਿੱਚ ਐਕਸ ਹੈ ਜੋ ਪਲੱਸ ਦਾ, ਕਿਉਂਕਿ ਪਹਿਲਾ ਪੁਆਇੰਟ ਅਸੀਂ ਐਕਸ ਦਾ ਲਿਖਣਾ ਹੁੰਦਾ ਹੈ, ਅਤੇ ਦੂਸਰਾ ਪੁਆਇੰਟ ਵਾਈ ਵੀ ਪਲੱਸ ਹੈ। ਤਾਂ ਇਹਦਾ ਮਤਲਬ ਐਕਸ ਵੀ ਪਲੱਸ ਅਤੇ ਵਾਈ ਵੀ ਪਲੱਸ ਹੋਣ ਕਰਕੇ ਜੋ ਪਹਿਲੀ ਚੌਥਾਈ ਹੈ ਉਸ ਦੀਆਂ ਜੋ ਨਿਸ਼ਾਨੀਆਂ ਹਨ ਉਹ ਪਲੱਸ ਪਲੱਸ ਹੋਣਗੀਆਂ। ਹੁਣ ਆ ਜਾਓ ਦੂਜੀ ਚੌਥਾਈ 'ਚ। ਦੂਜੀ ਚੌਥਾਈ ਆਹ ਵਾਲੀ ਹੈ। ਠੀਕ ਹੈ ਬੱਚੋ, ਇਹ ਹੈ ਦੂਜੀ ਚੌਥਾਈ। ਪਹਿਲਾਂ ਆਪਾਂ ਕਾਹਦੀ ਨਿਸ਼ਾਨੀ ਦੇਖਣੀ ਹੈ? ਐਕਸ ਦੀ। ਐਕਸ ਵਾਲੀ ਲਾਈਨ ਦੇਖਣੀ ਹੈ। ਐਕਸ ਇੱਥੇ ਕੀ ਹੈ? ਮਾਈਨਸ। ਦੇਖੋ ਐਕਸ ਹੈ ਜੋ ਲਾਈਨ ਆ ਜਿਹੜੀ ਲਾਈਨ ਹੈ ਮਾਈਨਸ ਦੀ ਹੈ, ਔਰ ਵਾਈ ਕੀ ਹੈ? ਪਲੱਸ ਦੀ। ਤਾਂ ਵਾਈ ਕਾ ਕੀ ਹੋ ਜੂਗੀ? ਪਲੱਸ ਦੀ ਹੋ ਜੂਗੀ। ਠੀਕ ਹੈ। ਤਾਂ ਜਿਹੜੀ ਆਪਣੀ ਦੂਜੀ ਚੌਥਾਈ ਹੈ ਇਹਦੇ ਵਿੱਚ ਤੁਸੀਂ ਮਾਈਨਸ ਦਾ ਐਕਸ ਲੈਣਾ ਹੁੰਦਾ ਹੈ ਅਤੇ ਵਾਈ ਹੈ ਜੋ ਉਹ ਪਲੱਸ ਦੀ ਹੋਵੇ ਤਾਂ ਉਹ ਪੁਆਇੰਟ ਹੈ ਜੋ ਉਹ ਦੂਸਰੀ ਚੌਥਾਈ 'ਚ ਆਏਗਾ। ਠੀਕ ਹੈ ਬੇਟੇ। ਅੱਗੇ ਤੀਸਰੀ ਚੌਥਾਈ। ਤੀਸਰੀ ਚੌਥਾਈ ਦੇ ਵਿੱਚ ਦੇਖੋ ਆਹ 2 ਲਾਈਨਾਂ ਇਨਕਲੂਡ ਨੇ, ਆਹ 2 ਲਾਈਨਾਂ ਨੇ। ਤਾਂ ਇਹਦੇ ਵਿੱਚ ਪਹਿਲਾਂ ਐਕਸ ਦਾ ਦੇਖਣਾ। ਹਮੇਸ਼ਾ ਹੀ ਪਹਿਲਾਂ ਤੁਸੀਂ ਐਕਸ ਬਿੰਦੂ ਨੂੰ ਦੇਖਣਾ ਹੈ। ਤਾਂ ਮਾਈਨਸ ਹੋ ਗਈ ਐਕਸ ਦੀ, ਅਤੇ ਵਾਈ ਵਾਲੀ ਲਾਈਨ ਇਹ ਵੀ ਕੀ ਹੋ ਗਈ? ਮਾਈਨਸ। ਤਾਂ ਮਾਈਨਸ ਮਾਈਨਸ ਹੈ ਜੋ ਇਹ ਤੁਹਾਡੇ ਕੋਲੇ ਤੀਸਰੀ ਚੌਥਾਈ ਦੀਆਂ ਨਿਸ਼ਾਨੀਆਂ ਨੇ। ਇਹ ਤੁਹਾਨੂੰ ਦੱਸਾਂਗੇ ਜੀ, ਤੁਹਾਨੂੰ ਕੀ ਲੋੜ ਹੈ ਅੱਗੇ ਦੱਸੂਗੀ। ਤੁਸੀਂ ਸਿਰਫ ਨਿਸ਼ਾਨੀਆਂ ਯਾਦ ਰੱਖਣੀਆਂ ਨੇ। ਫਿਰ ਇਸ ਤੋਂ ਬਾਅਦ ਚੌਥੀ ਚੌਥਾਈ ਆ ਗਈ। ਚੌਥੀ ਚੌਥਾਈ ਦੇ ਵਿੱਚ ਇੱਕ ਆਹ ਲਾਈਨ ਲੱਗ ਰਹੀ ਹੈ, ਇੱਕ ਆਹ ਲਾਈਨ ਲੱਗ ਰਹੀ ਹੈ। ਤਾਂ ਪਹਿਲਾਂ ਆਪਾਂ ਕਾਹਦੀ ਨਿਸ਼ਾਨੀ ਦੇਖਣੀ ਹੈ? ਐਕਸ ਦੀ। ਐਕਸ ਦੀ ਨਿਸ਼ਾਨੀ ਕੀ ਹੈ? ਪਲੱਸ। ਫਿਰ ਵਾਈ ਵਾਲੀ ਲਾਈਨ ਦੀ ਨਿਸ਼ਾਨੀ ਕੀ ਹੈ? ਮਾਈਨਸ। ਯਾਦ ਰੱਖਣ ਦਾ ਤਰੀਕਾ ਕੀ ਹੈ? ਪਹਿਲੀ ਅਤੇ ਦੂਸਰੀ ਚੌਥਾਈ ਦੀਆਂ ਨਿਸ਼ਾਨੀਆਂ ਯਾਦ ਰੱਖ ਲਓ। ਪਹਿਲੀ ਦਾ ਉਲਟ ਤੀਸਰੀ 'ਚ ਹੁੰਦਾ, ਦੇਖੋ ਪਲੱਸ ਪਲੱਸ ਹੈ ਤਾਂ ਇੱਥੇ ਮਾਈਨਸ ਮਾਈਨਸ ਹੈ। ਦੂਸਰੀ ਦੀਆਂ ਨਿਸ਼ਾਨੀਆਂ ਕੀ ਨੇ? ਮਾਈਨਸ ਪਲੱਸ। ਤਾਂ ਇਹਦੇ ਵਿੱਚ ਕੀ ਹੋ ਜਾਣਗੇ? ਇਸ ਤੋਂ ਉਲਟ ਪਲੱਸ ਮਾਈਨਸ। ਜਿਵੇਂ ਮਰਜ਼ੀ ਜਿਹੜੇ ਮਰਜ਼ੀ ਮੈਥਡ ਨਾਲ ਤੁਸੀਂ ਯਾਦ ਕਰ ਸਕਦੇ ਹੋ। ਵੈਸੇ ਇਹਦਾ ਜੋ ਅਸਲੀ ਮੈਥਡ ਹੈ ਉਹ ਤਾਂ ਇਹੀ ਹੈ ਵੀ ਇਹਦੇ ਵਿੱਚ ਜੋ ਲਾਈਨਾਂ ਯੂਜ਼ ਹੋ ਰਹੀਆਂ ਨੇਗੀਆਂ ਜਿਵੇਂ ਮੈਂ ਤੁਹਾਨੂੰ ਸਮਝਾਇਆ ਉਹਦੇ ਨਾਲ ਤੁਸੀਂ ਕਦੇ ਵੀ ਤੁਹਾਡੀ ਗਲਤੀ ਹੈ ਜਿਹੜੀ ਉਹ ਨਹੀਂ ਪਵੇਗੀ। ਹੁਣ ਮੰਨ ਲਓ ਮੈਂ ਤੁਹਾਨੂੰ ਕੋਈ ਕੁਐਸਚਨ ਪੁੱਛਾਂ 3 - 5 ਇਹ ਕਿਹੜੀ ਚੌਥਾਈ ਵਿੱਚ ਹੈ? ਗ੍ਰਾਫ 'ਤੇ ਭਰਨਾ ਨਹੀਂ ਪੁਆਇੰਟ, ਸਿਰਫ ਤੁਸੀਂ ਅੱਖਰਾਂ ਨੂੰ ਦੇਖ ਕੇ ਇਹ ਦੱਸਣਾ ਵੀ ਇਹ ਚੌਥਾਈ ਕਿਹੜੀ ਹੈ। ਤਾਂ ਤੁਸੀਂ ਦੇਖੋਗੇ ਵੀ ਪਹਿਲਾ ਅੱਖਰ ਹੈ ਜੋ ਐਕਸ ਦਾ ਹੁੰਦਾ, ਦੂਸਰਾ ਜੋ ਅੱਖਰ ਹੈ ਉਹ ਵਾਈ ਦਾ ਹੁੰਦਾ। ਐਕਸ ਪਲੱਸ ਦਾ, ਦੇਖੋ 3 ਪਲੱਸ ਦਾ, ਔਰ ਵਾਈ ਹੈ ਜਿਹੜੀ ਉਹ ਮਾਈਨਸ ਦੀ ਹੈ। ਤਾਂ ਇਹ ਜਿਹੜਾ ਪੁਆਇੰਟ ਹੈ ਇਹ ਚੌਥੀ ਚੌਥਾਈ ਵਿੱਚ ਆਏਗਾ ਨਾ। ਹੋਰ ਦੇਖੋ 1 2 ਪਹਿਲਾ ਪੁਆਇੰਟ ਕਾਹਦਾ ਹੁੰਦਾ ਬੱਚਿਓ? ਐਕਸ ਦਾ। ਦੂਸਰਾ ਪੁਆਇੰਟ ਕਾਹਦਾ ਹੁੰਦਾ ਹੈ? ਵਾਈ ਦਾ। ਐਕਸ ਦਾ ਪੁਆਇੰਟ ਹੈ 1 ਪਲੱਸ ਦਾ, ਵਾਈ ਦਾ ਪੁਆਇੰਟ ਹੈ 2 ਇਹ ਵੀ ਪਲੱਸ ਦਾ। ਤਾਂ ਇਹਦਾ ਮਤਲਬ ਇਹ ਦੋਨੇ ਪਲੱਸ ਪਲੱਸ ਵਾਲੀਆਂ ਨਿਸ਼ਾਨੀਆਂ ਨੇ ਉਹ ਜਿਹੜੀਆਂ ਉਹ ਪਹਿਲੀ ਚੌਥਾਈ 'ਚ ਆਉਣਗੀਆਂ। ਤਾਂ ਇਹਨਾਂ ਚੌਥਾਈਆਂ ਦੀਆਂ ਨਿਸ਼ਾਨੀਆਂ ਜੋ ਲੱਭਣ ਦਾ ਫਾਇਦਾ ਇਹ ਹੋਇਆ ਕਿ ਕਈ ਵਾਰ ਸਾਨੂੰ ਸਿਰਫ ਇਹੀ ਚਾਹੀਦਾ ਹੁੰਦਾ ਕਿ ਅਸੀਂ ਪੁਆਇੰਟ ਨੂੰ ਕਿਹੜੀ ਚੌਥਾਈ ਵਿੱਚ ਹੈ, ਸਾਨੂੰ ਸਿਰਫ ਇਹੀ ਪਤਾ ਹੋਣਾ ਚਾਹੀਦਾ। ਗ੍ਰਾਫ ਤਾਂ ਜ਼ਰੂਰੀ ਨਹੀਂ ਹੁੰਦਾ ਬਣਾਉਣਾ। ਤਾਂ ਤੁਸੀਂ ਬਿਨਾਂ ਗ੍ਰਾਫ ਬਣਾਏ ਸਿਰਫ
ਨਿਰਦੇਸ਼ ਅੰਕਾਂ ਨੂੰ ਦੇਖ ਕੇ ਉਹਦੀ ਚੌਥਾਈ ਦੱਸ ਸਕਦੇ ਹੋ। ਜੇ ਹੁਣ ਮੈਂ ਤੁਹਾਨੂੰ ਕੋਲ ਆਹ ਡਾਇਗਰਾਮ ਹੈ ਜਿਹੜਾ ਇਹ ਸਾਫ਼ ਕਰਦੇ ਹਾਂ, ਤਾਂ ਜਿਵੇਂ ਤੁਹਾਨੂੰ ਵੈਸੇ ਹੀ ਮੈਂ ਪੁਆਇੰਟ ਲਿਖਾਂ 5-6, ਤਾਂ ਤੁਸੀਂ ਮੈਨੂੰ ਬਿਨਾਂ ਮੂੰਹ ਜ਼ਬਾਨੀ ਬਿਨਾਂ ਗ੍ਰਾਫ ਤੇ ਭਰੇ ਹੋਏ ਉਹ ਪੁਆਇੰਟ ਹੈ ਜਿਹੜੇ ਦੱਸ ਸਕਦੇ ਹੋ ਕਿ ਇਹ ਕਿੰਨੇ ਮਤਲਬ ਕਿਹੜੀ ਚੌਥਾਈ 'ਚ ਆਊਗਾ। ਠੀਕ ਹੈ ਬੱਚਿਓ, ਜੇ ਹੁਣ ਆਪਾਂ ਗ੍ਰਾਫ ਨੂੰ ਸਾਫ਼ ਕਰ ਦਿੰਦੇ ਹਾਂ, ਚਲੋ ਠੀਕ ਹੈ। ਤਾਂ ਮੈਂ ਕੁਝ ਕੁ ਪੁਆਇੰਟ ਲਿਖੂੰਗੀ, ਤੁਸੀਂ ਉਹ ਪ੍ਰੈਕਟਿਸ ਵਾਸਤੇ ਤੁਸੀਂ ਯਾਦ ਵੀ ਕਰਨੇ ਆ। ਤੇ ਇਹੀ 3.3 ਦਾ ਫਸਟ ਕੁਐਸਚਨ ਵੀ ਹੈ। ਠੀਕ ਹੈ, ਗ੍ਰਾਫ ਵਿੱਚ ਭਰੇ ਬਿਨਾ ਉਹ ਕਹਿੰਦੇ ਆ ਕਿ ਤੁਸੀਂ ਇਹ ਦੱਸਣਾ ਹੈ ਵੀ ਕਿਹੜਾ ਇਹ ਜਿਹੜੇ ਪੁਆਇੰਟ ਨੇ ਇਹ ਕਿਹੜੇ ਧੁਰੇ ਤੇ ਆ ਜਾਂ ਕਿਹੜੀ ਚੌਥਾਈ ਤੇ ਆ। ਚੌਥਾਈ 'ਚ ਪਹਿਲਾ ਹੁਣ ਸਭ ਤੋਂ ਪਹਿਲਾ ਪੁਆਇੰਟ ਹੈਗਾ -2 4। ਤਾਂ ਹੁਣੇ ਆਪਾਂ ਕਰਿਆ ਹੈਗਾ, ਦੇਖੋ ਆਹ ਪੁਆਇੰਟ ਹੈਗਾ ਕਾਹਦਾ, x ਦਾ, ਤੇ ਆਹ ਪੁਆਇੰਟ ਕਾਹਦਾ ਹੈਗਾ, y ਦਾ। ਤਾਂ x ਨੈਗੇਟਿਵ ਹੈ ਤੇ y ਪੋਜ਼ਿਟਿਵ ਹੈ, ਇਹਦਾ ਮਤਲਬ ਇਹ ਕਿਹੜੀ ਚੌਥਾਈ 'ਚ ਆ ਗਿਆ, ਦੂਜੀ 'ਚ। ਠੀਕ ਹੈ ਬੱਚਿਓ, ਇਸ ਤੋਂ ਬਾਅਦ ਅਗਲਾ ਪੁਆਇੰਟ ਹੈਗਾ ਇਹ 3 - 1। ਦੇਖੋ ਆਹ x ਦਾ ਪੁਆਇੰਟ ਹੈ, ਪਹਿਲਾ ਪੁਆਇੰਟ ਹਮੇਸ਼ਾ x ਦਾ ਹੁੰਦਾ ਹੈ, ਦੂਜਾ ਪੁਆਇੰਟ ਹਮੇਸ਼ਾ y ਦਾ ਹੁੰਦਾ ਹੈ। ਤੁਸੀਂ ਦੇਖੋਗੇ x ਪਲੱਸ ਦਾ y ਮਾਈਨਸ ਦਾ, ਤਾਂ ਜੇ x ਪਲੱਸ ਦਾ ਹੋਵੇ y ਮਾਈਨਸ ਦਾ ਹੋਵੇ ਚੌਥੀ ਚੌਥਾਈ ਵਿੱਚ ਆਊਗਾ। ਚਾਹੇ ਤੁਸੀਂ ਗ੍ਰਾਫ ਤੇ ਭਰ ਕੇ ਦੇਖੋ, ਗ੍ਰਾਫ ਤੇ ਭਰੋਗੇ ਤਾਂ ਵੀ ਇਹੀ ਚੌਥਾਈ ਆਊਗੀ। ਦੇਖੋ x ਤੇ -2 ਲੈਣਾ, ਆਹ ਪੁਆਇੰਟ ਹੋ ਗਿਆ, ਤੇ y ਤੇ ਪਲੱਸ ਦੇ 4 ਲੈਣੇ, 1 2 3 4। ਇਹਨਾਂ ਦੋਨਾਂ ਦੀ ਸੇਧ ਲਵਾਂਗੇ। ਦੇਖੋ ਆ ਕਿਹੜੀ ਚੌਥਾਈ ਹੈ, ਪਹਿਲੀ ਆ ਦੂਜੀ, ਤਾਂ ਆਪਾਂ 2 - 4 ਦੂਜੀ ਚੌਥਾਈ 'ਚ ਆ ਗਿਆ। 3 - 1, x ਤੇ ਕਿੰਨਾ ਲੈਣਾ ਆਪਾਂ ਨੇ 3, 1 2 3 ਆ ਹੋ ਗਿਆ। ਫਿਰ y ਤੇ ਕਿੰਨਾ ਲੈਣਾ -1, ਇਹਨਾਂ ਦੀ ਸੇਧ ਲਵੋ। ਤਾਂ ਦੇਖੋ ਆਹ ਪੁਆਇੰਟ ਬਣ ਗਿਆ, ਦੋ ਅੱਖਰਾਂ ਨੂੰ ਮਿਲਾ ਕੇ ਇੱਕ ਪੁਆਇੰਟ ਬਣਦਾ। ਤਾਂ ਇਹ ਪੁਆਇੰਟ ਹੈ ਜਿਹੜਾ ਦੇਖੋ ਕਿਹੜੀ ਚੌਥਾਈ 'ਚ ਹੈ, ਇਹ ਚੌਥੀ ਚੌਥਾਈ 'ਚ। ਤਾਂ ਆਪਾਂ ਵੀ ਚੌਥੀ 'ਚ ਲਿਖਿਆ। ਤਾਂ ਗ੍ਰਾਫ ਬਣਾਏ ਬਿਨਾਂ ਹੀ ਅਸੀਂ ਇਹ ਦੱਸ ਸਕਦੇ ਹਾਂ ਕਿ ਇਹ ਜਿਹੜਾ ਪੁਆਇੰਟ ਹੈ ਇਹ ਕਿਹੜੀ ਚੌਥਾਈ ਵਿੱਚ ਹੈ। ਤਾਂ ਗ੍ਰਾਫ ਵੀ ਬਣਾ ਸਕਦੇ ਹੋ, ਵੈਰੀਫਾਈ ਕਰਨ ਲਈ ਤੁਸੀਂ ਗ੍ਰਾਫ ਬਣਾ ਕੇ ਦੇਖ ਵੀ ਸਕਦੇ ਹੋ ਵੀ ਅਸੀਂ ਲਿਖਿਆ ਜਿਹੜਾ ਸਾਡਾ ਉੱਤਰ ਹੈ ਉਹ ਸਹੀ ਆਇਆ ਕਿ ਗਲਤ ਆਇਆ। ਇਸ ਤੋਂ ਬਾਅਦ ਇੱਕ ਦੋ ਕੁਐਸਚਨ ਨੇ ਵੀ ਧੁਰੇ ਤੇ ਕਿਹੜੀ ਤੇ ਹੈ। ਦੇਖੋ ਜਿਵੇਂ ਹੁਣ ਪੁਆਇੰਟ ਹੈ ਕਿ ਜੇ ਕਿਸੇ ਅੱਖਰ ਦੇ ਵਿੱਚ ਜਾਂ x ਵਾਲਾ ਜਾਂ ਫਿਰ y ਵਾਲਾ ਅੱਖਰ 0 ਹੋਵੇ, ਠੀਕ ਹੈ, ਤਾਂ ਉਹ ਕਿਸੇ ਨਾ ਕਿਸੇ ਧੁਰੇ ਤੇ ਆਉਂਦੇ ਨੇ। ਇਹ ਗੱਲ ਯਾਦ ਰੱਖਣੀ ਹੈ। ਤਾਂ ਇਹ ਕਿਸੇ ਨਾ ਕਿਸੇ ਧੁਰੇ ਤੇ ਆਉਂਦੇ ਨੇ ਅੱਖਰ। ਦੇਖੋ ਜੇ ਹੁਣ ਆ ਪਹਿਲਾ ਪੁਆਇੰਟ ਹੈ, ਕਿਹੜਾ ਪੁਆਇੰਟ ਹੈ, 1 0। ਇਹਦੇ ਵਿੱਚ 1 ਹੈਗਾ ਏ, x ਵਾਲਾ ਅੱਖਰ ਹੈਗਾ ਏ, y ਵਾਲਾ ਹੈ ਨਹੀਂਗਾ। ਤੇ ਅਗਲਾ ਜੋ ਪੁਆਇੰਟ ਹੈ ਉਹ ਹੈਗਾ 0 3। ਤਾਂ ਇਹਦੇ ਵਿੱਚ ਕੀ ਹੈ, x ਵਾਲਾ ਹੈ ਨਹੀਂਗਾ, y ਵਾਲਾ ਹੈਗਾ ਪੁਆਇੰਟ, ਉਹ ਹੈਗਾ ਏ। ਠੀਕ ਹੈ, ਤਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਰਕਮਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਇੱਕ ਅੱਖਰ 0 ਹੋਵੇ, ਚਾਹ x ਵਾਲਾ ਅੱਖਰ 0 ਹੋਵੇ ਜਾਂ ਫਿਰ y ਵਾਲਾ ਅੱਖਰ 0 ਹੋਵੇ, ਉਹ ਕਿਸੇ ਨਾ ਕਿਸੇ ਧੁਰੇ ਤੇ ਆਉਂਦੀਆਂ ਨੇ। ਧੁਰਾ ਕਿਹੜਾ ਹੋਊਗਾ, ਜਿਹੜਾ ਅੱਖਰ ਹੈਗਾ ਏ ਉਹੀ ਧੁਰੇ ਤੇ ਆਊ ਇਹ। ਤਾਂ ਇਹ ਵਾਲੀ ਹੈ ਜਿਹੜੀ ਇਹ ਜਿਹੜਾ ਪੁਆਇੰਟ ਹੈ 1 0, ਇਹ x ਧੁਰੇ ਤੇ ਆਏਗਾ। ਜੇ ਹੁਣ 0 3 ਹੈ, ਇਹ y ਧੁਰੇ ਤੇ ਆਏਗਾ, ਕਿਉਂਕਿ ਇਹਦੇ 'ਚ y ਵਾਲਾ ਪੁਆਇੰਟ ਹੈ, x ਵਾਲਾ ਹੈ ਹੀ ਨਹੀਂ। ਦੇਖੋ ਇਹਨੂੰ ਮੈਂ ਤੁਹਾਨੂੰ ਗ੍ਰਾਫ ਪੇਪਰ 'ਤੇ ਆਪਾਂ ਬਣਾ ਕੇ ਦੇਖਦੇ ਹਾਂ, ਫਿਰ ਤੁਹਾਨੂੰ ਅੱਛੀ ਤਰ੍ਹਾਂ ਸਮਝ ਲੱਗੂਗਾ। ਆਹ ਗ੍ਰਾਫ ਬਣਾਇਆ, ਠੀਕ ਹੈ, 1 2 3, ਐਕਸਿਸ ਪਲੱਸ ਹੋ ਗਈ, 1 ਮਾਈਨਸ ਦਾ -2 -3, ਇਹ ਹੋ ਗਿਆ ਮਾਈਨਸ ਦਾ x ਐਕਸਿਸ। ਫਿਰ ਇਸ ਤੋਂ ਬਾਅਦ ਹੈਗਾ y ਪਲੱਸ ਦਾ, 1 2 3, ਇਹ ਹੈਗਾ y ਪਲੱਸ ਦਾ, ਔਰ ਨੀਚੇ ਨੂੰ ਹੈ y ਮਾਈਨਸ -1 -2। ਚਲੋ ਇੰਨਾ ਕੀ ਲਿਖ ਲਓ, y ਹੈ ਜੋ ਨੈਗੇਟਿਵ ਦਾ। ਹੁਣ ਅਸੀਂ 1 0 ਪੁਆਇੰਟ ਭਰੋ, x ਤੇ ਕਿੰਨਾ ਲੈਣਾ ਹੈ, 1 ਦੇ। ਤੁਹਾਨੂੰ ਪਤਾ ਹੈ ਵੀ ਦੋ ਅੱਖਰਾਂ ਨੂੰ ਮਿਲ ਕੇ ਇੱਕ ਪੁਆਇੰਟ ਬਣਦਾ ਹੈ। ਆਹ ਦੋਨੇ ਅੱਖਰਾਂ ਨੂੰ ਮਿਲਾ ਕੇ ਇਹ ਦੋਨਾਂ ਦੀ ਸੇਧ ਲੈ ਕੇ ਇੱਕ ਬਿੰਦੂ ਬਣੂਗਾ। ਤਾਂ 1 0 ਨੂੰ ਮਿਲਾਓ ਪਹਿਲਾਂ, x ਤੇ ਕਿੰਨਾ ਲੈਣਾ ਬੱਚੋ 1, ਤੇ y ਤੇ ਕਿੰਨਾ ਲੈਣਾ 0। y ਵਾਲੀ 0 ਇੱਥੇ ਹੀ ਹੁੰਦੀ ਹੈ, ਤੁਹਾਨੂੰ ਪਤਾ ਹੈ y ਧੁਰੇ ਦੀ 0 ਕਿੱਥੇ ਹੁੰਦੀ ਹੈ, ਇੱਥੇ। ਤਾਂ ਇਹਨਾਂ ਦੋਨਾਂ ਦੀ ਸੇਧ ਲਾਉਂਗੇ ਤਾਂ ਉਹ ਆਹੀ ਪੁਆਇੰਟ ਬਣ ਜਾਏਗਾ। ਤਾਂ ਦੇਖੋ ਇਹ ਕਿਹੜੇ ਧੁਰੇ ਤੇ ਆ, ਦੇਖੋ x ਧੁਰੇ ਤੇ ਆਇਆ ਕਿ ਨਾ। ਹੁਣ ਅਗਲਾ ਪੁਆਇੰਟ ਭਰੋ, 0 3। ਤਾਂ ਆਪਣੇ ਕੋਲੇ x ਤੇ ਕਿੰਨੀ ਲੈਣੀ ਹੈ 0। ਤੁਹਾਨੂੰ ਪਤਾ ਹੈ ਵੀ x ਧੁਰੇ ਦੀ ਤੇ y ਧੁਰੇ ਦੀ ਦੋਨਾਂ ਦੀ 0 ਇੱਥੇ ਹੀ ਹੁੰਦੀ ਹੈ, ਮੂਲ ਪੁਆਇੰਟ ਤੇ, ਮੂਲ ਬਿੰਦੂ ਤੇ। ਤੇ ਜਿਹੜੀ ਆਪਣੀ y ਤੇ ਕਿੰਨਾ ਲੈਣਾ ਹੈ 3। ਤਾਂ ਦੇਖੋ 0 ਤੇ 3 ਦੋਨਾਂ ਦੀ ਸੇਧ ਲੈ ਕੇ ਬਸ ਸਿੰਗਲ ਪੁਆਇੰਟ ਬਣੂਗਾ, ਸੇਧ ਲਈ ਤਾਂ ਆਹੀ ਪੁਆਇੰਟ ਬਣ ਗਿਆ। ਤਾਂ ਆਹ ਵਾਲਾ ਪੁਆਇੰਟ ਹੈ ਜੋ ਸਾਡਾ ਉਹ ਕਿੰਨਾ ਹੈਗਾ, ਇਹ ਆਹ ਪੁਆਇੰਟ ਹੈ ਜਿਹੜਾ ਇਹ ਸਾਡਾ ਬਣਿਆ 0 3। ਤੇ ਜਿਹੜਾ ਆਹ ਵਾਲਾ ਪੁਆਇੰਟ ਹੈ ਇਹ ਸਾਡਾ ਕਿੰਨਾ ਬਣਿਆ ਸੀ 1 0।
ਤਾਂ ਤੁਸੀਂ ਦੇਖੋਗੇ ਜਿਹਦੇ ਵਿੱਚ 1.0 ਹੋਵੇ ਉਹ ਕਿਸੇ ਚੌਥਾਈ 'ਚ ਨਹੀਂ ਆਉਂਦੇ, ਉਹ ਧੁਰੇ 'ਤੇ ਆਉਂਦੇ ਨੇ, ਜਾਂ ਉਹ x ਧੁਰੇ 'ਤੇ ਆਉਣਗੇ ਜਾਂ ਫਿਰ y ਧੁਰੇ 'ਤੇ ਆਉਣਗੇ। ਤਾਂ y ਦੇਖੋ ਹੁਣ ਤਿੰਨ ਆ ਜਿਹੜਾ y ਧੁਰੇ 'ਤੇ ਆਇਆ ਕਿ ਨਹੀਂ, ਤਾਂ ਇਹਨੂੰ ਤੁਸੀਂ ਯਾਦ ਕਿਵੇਂ ਰੱਖਣਾ ਹੈ। ਜੇ ਤੁਹਾਡੇ ਕੋਲੇ x ਵਾਲਾ ਪੁਆਇੰਟ ਹੈਗਾ y ਵਾਲਾ ਨਹੀਂ ਹੈਗਾ ਤਾਂ ਉਹ x ਧੁਰੇ 'ਤੇ ਆਊਗਾ, ਕਿਉਂਕਿ y ਧੁਰਾ ਤਾਂ ਹੈ ਹੀ ਨਹੀਂਗਾ ਆਪਣੇ ਕੋਲੇ। ਇਸ ਤੋਂ ਬਾਅਦ ਜੇ ਸਾਡੇ ਕੋਲ x ਵਾਲਾ, ਠੀਕ ਹੈ ਬੇਟੇ, ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੇ ਕੋਈ ਪੁਆਇੰਟ ਵਿੱਚ ਕਿਸੇ ਨਿਰਦੇਸ਼ ਅੰਕਾਂ ਦੇ ਪੁਆਇੰਟ ਵਿੱਚ ਇੱਕ ਅੱਖਰ 0 ਹੋਵੇ, ਜੇ ਪਿਛਲਾ ਅੱਖਰ 0 ਹੋਵੇ x ਵਾਲਾ ਹੈਗਾ ਤਾਂ ਉਹ x ਧੁਰੇ 'ਤੇ ਆਏਗਾ, ਤੇ ਜੇ ਪਿਛਲਾ ਅੱਖਰ ਹੈਗਾ ਏ x ਵਾਲਾ ਅੱਖਰ ਹੈ ਨਹੀਂਗਾ y ਵਾਲਾ ਹੈਗਾ ਤਾਂ ਉਹ y ਧੁਰੇ 'ਤੇ ਆਊਗਾ। ਜਿਹੜਾ ਪੁਆਇੰਟ ਹੈਗਾ ਏ ਉਹ ਉਹੀ ਧੁਰੇ 'ਤੇ ਆਊਗਾ। ਜੇ y ਵਾਲਾ ਹੈਗਾ ਤਾਂ y ਧੁਰੇ 'ਤੇ, x ਵਾਲਾ ਹੈਗਾ ਤਾਂ x ਧੁਰੇ 'ਤੇ। ठीक है, यह क्वेश्चन है जोड़ा बेटे क्वेश्चन नंबर 1 है जो 3.3 का, ये काफ़ी इंपॉर्टेंट है। ये पेपर के बहुत बार पूछा जाता है, पॉइंट दे के तुसी उन्हां दी ग्राफ ते भरे बिना ही उन्हां दी चौथाई दसनी हुंदी है। इस तो बाद जो सैकेंड क्वेश्चन है वो साडे कोल की है, देखो इस क्वेश्चन विच सानू एक बॉक्स दे विच x ते y दी वैल्यूज़ लिख के दित्तियां होईयां ने। ਤੁਸੀਂ ਇਹਨਾਂ ਪੁਆਇੰਟਸ ਨੂੰ ਗ੍ਰਾਫ ਦੇ ਉੱਤੇ ਜਾਂ ਕਾਰਟੇਜਨ ਤਲ ਦੇ ਉੱਤੇ ਅਲੇਖਿਤ ਕਰਨਾ ਹੈ। ਤਾਂ ਇਹਨਾਂ ਪੁਆਇੰਟਸ ਦੇ ਆਪਾਂ ਬੇਟੇ ਜਿਵੇਂ ਪਹਿਲਾ ਪੁਆਇੰਟ ਇਹਨਾਂ ਦੋਨਾਂ ਨੂੰ ਮਿਲਾ ਕੇ ਬਣੂਗਾ, ਇਹਨੂੰ A ਪੁਆਇੰਟ ਰੱਖ ਲਓ, ਇਹਦਾ ਨਾਮ B ਰੱਖ ਲਓ, ਇਹਦਾ ਨਾਮ C, ਇਹਦਾ ਨਾਮ D ਔਰ ਇਹਦਾ ਨਾਮ E। ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ, ਇੱਕ ਸਕੇਲ ਦੀ ਮਦਦ ਨਾਲ y ਧੁਰਾ ਤੇ x ਧੁਰਾ ਬਣਾਉਣਾ ਹੈ। ठीक है, जिन्ना तुसी सफाई नाल और ध्यान नाल काम करोगे तुहाडे लई उन्ना ही फायदा है। तो देखो बेटे आपां जो पॉइंट है x दे उत्ते वड्डे तो वड्डा पॉइंट है असीं 3 भरना है, और y दे उत्ते जो वड्डे तो वड्डा पॉइंट है वो असीं 8 भरना है। तो y दा प्लस वाला पासा जिहड़ा सानूं थोड़ा जिहा वड्डा लैना पएगा। तो y दा असीं प्लस वाला पासा थोड़ा जिहा वड्डा लै लवांगे। ठीक है, जिन्नी सानू पॉइंटां दी लोड़ है देखो असीं उन्ना आपदी संख्या रेखा नूं x धुरे नूं ते y धुरे नूं उन्ना वड्डा जां छोटा कर सकते हैं। तो देखो इहदे विच असीं पॉइंट जिहड़े लगावांगे जदों 1 2 3 4 5 6 7 8, तो तुसीं ये बराबर निशानियां लाउणियां ने 1 2 3 4 5 6 7 और 8। देखो y धुरे ते वध तो वध असीं 8 तक गिनती लैनी है, और थल्ले साइड ते असीं लैनी हैगी है 1 या 2 तक लै लो, क्योंकि सानू माइनस वाली साइड है y ते इक्को ही चाहिए, 1 या 2 लिख लो, -1 -2। ठीक है बच्चों, 4 ये हैगा 3। इस तरह x है जो x ते बस माइनस वाली साइड ते असीं 2 लैना है वध तो वध, तो इत्थे लैना हैगा आपां माइनस वाली साइड ते 2, और प्लस वाली साइड ते असीं वध तो वध कितना लैना है 3 लैना है। ये आ गया साडे कोल 1 2 3, ये हैगा -1 -2। ये जो साडा है x एक्सिस माइनस वाली साइड है और x एक्सिस प्लस वाली साइड है, और ये है जो y प्लस वाली साइड है, और ये जो है ये y माइनस वाली साइड है। ठीक है, तो हुण असीं आ पॉइंट भरने ने। पहला ए पॉइंट देखो x ते कितना लैना -2 रिहा -2, y ते कितना लैना 8। इन्हां दोनों पॉइंटां नूं मिला के एक पॉइंट बनेगा ए। इधरों दोनों की सेध लो, तो आ पॉइंट की बन गया ए। जे तुसीं ग्राफ पेपर ते बनाओगे तो ये लाइनां मारन की भी जरूरत नहीं होंदी, ग्राफ पेपर ते पहलां ही लाइनां बनिया बनाई होंदियां, पर कोई कंपलशन नहीं है कि तुसीं ग्राफ पेपर ते ही बनाना है, आपकी कापी ते भी बना सकते हो। इस तो बाद हैगा -1 ते 7। x ते कितना लैना है, पहला पॉइंट हमेशा काहदा लैना हुंदा आपां x दा, तो x ते कितना लैना -1, y ते कितना लैना है 7। तो देखो इधरों -1 ते इधरों 7 की सेध ते जो पॉइंट बनया वो आ बनया, ਇਹਦਾ नाम असीं की रख लांगे B। इस तो बाद देखो C है जो C पॉइंट है ਉਹਦੇ ਵਿੱਚ ਇੱਕ ਅੱਖਰ 0 है। ਤੁਹਾਨੂੰ पता है भी जे एक अखर 0 होवे तो वह किसी भी चौथाई च नहीं आता, किसी ना किसी धुरे ते आएगा। तो x ते 0 है, दैट मीनस आप x ते कोई अखर नहीं लेना, सिर्फ y ते -1.25 लेना है। तो देखो 1 आ पे 1.25, 1 तो थोड़ा जा अगे होएगा, तो आ जो पॉइंट है
ठीक है। इस पॉइंट ਨੂੰ ਅਸੀਂ ਕੀ ਕਹਿ ਦੇਣਾ ਹੈਗਾ C, ठीक है। इस तो बाद D पॉइंट, D पॉइंट ਦੇ ਵਿੱਚ ਪਹਿਲਾਂ X वाला पॉइंट देखो 1 आ रहा, तो फिर Y वाला पॉइंट कितना 3, दोनों की सेध लवो, इधरों X दी ते इधरों 3 दी, आ पॉइंट बनया। तो इस पॉइंट ਨੂੰ ਅਸੀਂ ਕੀ ਕਹਿ देना हैगा D। फिर इस तो बाद E पॉइंट, E पॉइंट ਲਈ ਤੁਸੀਂ X ਤੇ ਕਿੰਨਾ ਲੈਣਾ ਹੈਗਾ 3 और Y ਤੇ ਕਿੰਨਾ ਲੈਣਾ -1, ਤਾਂ Y -1 नीचे वाले पासे होगी, इधरों 3 इधरों -1 की सेध, दोनों की सेध लैके 3 की और -1 की सेध लई, तो सिंगल पॉइंट बनेगा E, ठीक है। तो A B C D E ये 5 पॉइंट है जो असी ये ग्राफ ते भर के दिखाने सीगे। ये साडा है एक्सरसाइज 3.3 का दूसरा क्वेश्चन, ठीक है बच्चों। बहुत छोटा चैप्टर है ये, इम्तिहान नाल करना है। इस विचों क्वेश्चन है जो छोटे छोटे आउंदे ने ते बहुत सौखे हुंदे ने, तुहाडे लई ये नंबर लैने भी बहुत आसान ने। थैंक यू।